ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸੂਬੇ ਵਿੱਚ ਨੌਜਵਾਨ ਪੀੜ੍ਹੀ ਨੂੰ ਜਿਹੜਾ ਨਸ਼ਿਆਂ ਦੀ ਦਲਦਲ ਵਿੱਚ ਧਕੇਲਿਆ, ਚਿੱਟਾ ਪੰਜਾਬ ਵਿੱਚ ਲੈ ਕੇ ਕੌਣ ਹੈ? ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਘਰ ਘਰ ਵਿੱਚ ਚਿੱਟਾ ਕਿਹਨੇ ਪਹੁੰਚਾਇਆ? ਸ਼੍ਰੋਮਣੀ ਅਕਾਲੀ ਦਲ। ਸ਼ਰਾਬ ਦੀ ਗੱਲ ਜੀ ਭਗਵੰਤ ਮਾਨ ਦੇ ਮੂੰਹੋਂ, ਸ਼ਰਾਬ ਦੇ ਬਾਰੇ ਤਾਂ ਉਹਨਾਂ ਨੂੰ ਆਪ ਨੂੰ ਨਹੀਂ ਗੱਲ ਕਰਨੀ ਚਾਹੀਦੀ। ਜਿਹੜਾ ਦਿਨ ਰਾਤ ਆਪ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਰਹਿੰਦਾ ਹੈ, ਉਹ ਸ਼ਰਾਬ ਤੇ ਕੀ ਗੱਲ ਕਰੂਗਾ? ਬੈਂਸ ਸਾਹਿਬ ਕਰੋੜ ਰੁਪਈਆ ਕਹਿ ਰਹੇ ਆ, ਮੇਰੀ ਸਮਝ ਮੁਤਾਬਕ ਤਾਂ ਕਰੋੜ ਰੁਪਈਆ ਵੀ ਬਹੁਤ ਘੱਟ ਹੈ। ਸ਼ਰਾਬ ਦੇ ਠੇਕੇ ਜੀ ਤੁਸੀਂ ਦੇਖੋ, ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੇ ਪਿੱਛੇ ਪਾਲਿਸੀ ਸੀਗੀ। ਇੱਕ ਤਾਂ ਸਰਕਾਰ ਦਾ ਰੈਵਨਿਊ ਘਟ ਰਿਹਾ ਸੀਗਾ, ਕਿਉਂਕਿ ਸਾਰੇ ਕਾਰੋਬਾਰ, ਸਾਰੇ ਇਦਾਰੇ ਬੰਦ ਹੋ ਗਏ ਔਰ ਸਰਕਾਰ ਨੂੰ ਕਿਸੇ ਪਾਸਿਓਂ ਰੈਵਨਿਊ ਨਹੀਂ ਸੀ ਆ ਰਿਹਾ। ਔਰ ਮੈਂ ਪੁੱਛਣਾ ਚਾਹੂੰਗਾ ਇਹਨਾਂ ਅਕਾਲੀ ਲੀਡਰਾਂ ਨੂੰ ਕਿ ਗਿਣ ਕੇ ਦੱਸਣ ਵੀ ਇਹਨਾਂ ਨੇ ਕਿੰਨੇ ਪਿੰਡਾਂ ਵਿੱਚ ਰਾਸ਼ਨ ਵੰਡਿਆ ਆਪਣੀ ਜੇਬ ਵਿੱਚ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਿਕਾਸ ਪੱਖੀ 4 ਹਫ਼ਤਿਆਂ 'ਚ ਨਸ਼ਾ ਬੰਦ ਕਰਨ ਅਤੇ ਘਰ ਘਰ ਰੁਜ਼ਗਾਰ ਦੇਣ ਤਹਿਤ ਵਾਅਦੇ ਕੀਤੇ ਸਨ। 3.5 ਸਾਲ ਦੇ ਕਾਰਗੁਜ਼ਾਰੀ ਤੇ ਕਿਸ ਤਰ੍ਹਾਂ ਵਿਕਾਸ ਹੋਇਆ, ਕਿਸ ਤਰ੍ਹਾਂ ਨਸ਼ਾ ਬੰਦ ਹੋਇਆ, ਕਿਸ ਤਰ੍ਹਾਂ ਰੋਜ਼ਗਾਰ ਦਿੱਤਾ ਗਿਆ ਨੌਜਵਾਨਾਂ ਨੂੰ, ਸਾਡੇ ਨਾਲ ਇਸ ਸਮੇਂ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਦਰਾਜ ਸਿੰਘ ਸਰਕਾਰੀਆ ਨੇ। ਗੱਲਬਾਤ ਕਰਦੇ ਹਾਂ। ਸਰਕਾਰੀਆ ਸਾਹਿਬ, 3.5 ਸਾਲ ਬੀਤ ਗਏ, ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸਨ ਕਿ ਪੰਜਾਬ ਦੇ ਅੰਦਰੋਂ ਨਸ਼ੇ ਨੂੰ ਖਤਮ ਕੀਤਾ ਜਾਵੇਗਾ, ਕਿੱਦਾਂ ਵੇਖਦੇ ਹੋ? ਕੋਈ ਸ਼ੱਕ ਨਹੀਂ ਜੀ, ਜਦੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਗੱਠਜੋੜ ਦੀ ਸਰਕਾਰ ਸੀ ਔਰ ਕਾਂਗਰਸ ਪਾਰਟੀ ਓਪੋਜੀਸ਼ਨ ਵਿੱਚ ਸੀ, ਅਸੀਂ ਸਾਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਸੂਬੇ ਦੀ ਜਨਤਾ ਨਾਲ ਜਿੰਨੇ ਵੀ ਵਾਅਦੇ ਕੀਤੇ ਸੀ, ਉਹਨਾਂ ਸਾਰਿਆਂ ਵਾਅਦਿਆਂ ਨੂੰ ਵਫਾ ਕਰਨ ਲਈ ਉਹ ਦਿਨ ਰਾਤ ਤਤਪਰ ਨੇ। ਔਰ 3.5 ਸਾਲ ਦਾ ਸਮਾਂ ਲੰਘ ਗਿਆ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਿੰਨੇ ਵੀ ਉਹਨਾਂ ਨੇ ਵਾਅਦੇ ਕੀਤੇ ਸੀ, ਉਹਨਾਂ ਵਿੱਚੋਂ ਕਾਫੀ ਵਾਅਦੇ ਅਸੀਂ ਪੂਰੇ ਕਰ ਚੁੱਕੇ ਹਾਂ। ਸਰਕਾਰੀਆ ਸਾਹਿਬ, ਜਿਵੇਂ ਪਿੰਡ ਮੁੱਛਲ ਵਿਖੇ 12 ਮੌਤਾਂ ਹੋ ਚੁੱਕੀਆਂ, ਪੂਰੇ ਮਾਝੇ ਦੇ ਅੰਦਰ ਜਗ੍ਹਾ ਸੈਂਕੜੇ ਮੌਤਾਂ ਹੋ ਚੁੱਕੀਆਂ, ਕਿਤੇ ਨਾ ਕਿਤੇ ਨਸ਼ੇ ਨੂੰ ਨੱਥ ਪਾਈ ਹੁੰਦੀ ਤੇ ਇਹ ਮੌਤਾਂ ਨਾ ਹੁੰਦੀਆਂ। ਕੋਈ ਸ਼ੱਕ ਨਹੀਂ ਜੀ, ਇਹਦੇ ਵਿੱਚ ਬੜੇ ਦੁਖਦਾਈ ਘਟਨਾ ਵਾਪਰੀ ਆ। ਮੁੱਛਲ ਪਿੰਡ ਇਕੱਲੇ ਵਿੱਚ ਨਹੀਂ, ਕਾਫੀ ਪਿੰਡਾਂ ਵਿੱਚ ਮੌਤਾਂ ਹੋਈਆਂ ਨੇ ਔਰ ਅੰਕੜਾ ਮੇਰੇ ਖਿਆਲ ਨਾਲ 110 ਦੇ ਕਰੀਬ ਚਲਾ ਗਿਆ, ਉਸ ਤੋਂ ਉੱਪਰ ਚਲਾ ਗਿਆ। ਔਰ ਮੈਨੂੰ ਬੜਾ ਦੁੱਖ ਹੈ ਇਸ ਗੱਲ ਦਾ, ਬੜੀ ਮੰਦਭਾਗੀ ਘਟਨਾ ਆ। ਪਰ ਮੈਂ ਬੇਨਤੀ ਕਰਨੀ ਚਾਹੂੰਗਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਲਾਸ਼ਾਂ ਦੇ ਉੱਤੇ ਸਿਆਸਤ ਕਰਨੀ ਬੰਦ ਕਰਨ। ਤੁਸੀਂ ਦੇਖੋ, ਪੰਜਾਬ ਅੱਗੇ ਹੀ ਬੜੇ ਬੁਰੇ ਦੌਰ 'ਚੋਂ ਗੁਜ਼ਰ ਰਿਹਾ ਔਰ ਇਕੱਲਾ ਪੰਜਾਬ ਨਹੀਂ, ਅੱਜ ਹਿੰਦੁਸਤਾਨ ਹੀ ਨਹੀਂ, ਪੂਰੀ ਦੁਨੀਆ ਬੜੇ ਬੁਰੇ ਦੌਰ 'ਚੋਂ ਲੰਘ ਰਹੀ ਹੈ ਔਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹਮਲਾ ਮਾਰਨਾ ਚਾਹੀਦਾ। ਔਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੇ, ਪੰਜਾਬ ਨੇ ਬਹੁਤ ਵੱਡੀ ਲੜਾਈ ਲੜੀ ਹੈ ਇਸ ਮਹਾਮਾਰੀ ਦੇ ਵਿਰੁੱਧ ਔਰ ਆਉਣ ਵਾਲੇ ਸਮੇਂ ਵਿੱਚ ਜਿੱਥੇ ਨਸ਼ਿਆਂ ਦਾ ਖਾਤਮਾ ਕੀਤਾ ਜਾਊਗਾ, ਉੱਥੇ ਹੀ ਪੰਜਾਬ ਨੂੰ ਡਿਵੈਲਪਮੈਂਟ ਦੀਆਂ ਲੀਹਾਂ 'ਤੇ ਵੀ ਲੈ ਕੇ ਜਾਇਆ ਜਾਊਗਾ। ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਆ ਨਸ਼ੇ ਤੋਂ ਜਿਹੜਾ ਆ ਠੱਲ ਨਹੀਂ ਪਈ ਗਈ ਤੇ ਅਸਤੀਫਾ ਦੇਵੇ। ਮੈਂ ਜੀ ਇੱਕ ਬੇਨਤੀ ਕਰਨੀ ਚਾਹੂੰਗਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ। ਇਹ ਬੜੀ ਹਾਸੋਹੀਣੀ ਗੱਲ ਲੱਗਦੀ ਹੈ ਉਹਨਾਂ ਦੇ ਮੂੰਹ ਵਿੱਚੋਂ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸੂਬੇ ਵਿੱਚ ਨੌਜਵਾਨ ਪੀੜ੍ਹੀ ਨੂੰ ਜਿਹੜਾ ਨਸ਼ਿਆਂ ਦੀ ਦਲਦਲ ਵਿੱਚ ਧਕੇਲਿਆ, ਉਸ ਤੋਂ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣੂ। ਔਰ ਤੁਸੀਂ ਦੇਖੋ, ਚਿੱਟਾ ਪੰਜਾਬ ਵਿੱਚ ਲੈ ਕੇ ਕੌਣ ਆਇਆ? ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਘਰ ਘਰ ਵਿੱਚ ਚਿੱਟਾ ਕਿਹਨੇ ਪਹੁੰਚਾਇਆ? ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ। ਇਹ ਜਿਹੜੇ ਚਿੱਟੇ ਦੇ ਸੌਦਾਗਰ ਨੇ, ਇਹਨਾਂ ਕੋਲ ਕੋਈ ਮੋਰਲ ਅਥਾਰਟੀ ਨਹੀਂ ਹੈਗੀ ਪੰਜਾਬ ਸੂਬੇ ਦੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਕੁਐਸਚਨ ਕਰਦਿਆਂ ਮੈਨੂੰ ਤਾਂ ਬੜੀ ਹੈਰਾਨੀ ਹੋ ਰਹੀ ਹੈ ਕਿ ਇਹਨਾਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸ਼ੋਭਾ ਹੀ ਨਹੀਂ ਦਿੰਦੀਆਂ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਵੀ ਜਿਹੜਾ ਵਿਰੋਧ ਕੀਤਾ ਗਿਆ, ਇੱਥੇ ਅੰਮ੍ਰਿਤਸਰ ਵਿਖੇ ਵਿਰੋਧ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਸ਼ਰਾਬ ਦੀ ਗੱਲ ਜੀ ਭਗਵੰਤ ਮਾਨ ਦੇ ਮੂੰਹੋਂ, ਤੁਸੀਂ ਸਿਆਣੇ ਹੋ ਜੀ, ਇਹਦੇ ਵਿੱਚ ਮੈਂ ਕੀ ਕਹਾਂ। ਸ਼ਰਾਬ ਦੇ ਬਾਰੇ ਤਾਂ ਉਹਨਾਂ ਨੂੰ ਆਪ ਨੂੰ ਨਹੀਂ ਗੱਲ ਕਰਨੀ ਚਾਹੀਦੀ। ਜਿਹੜਾ ਦਿਨ ਰਾਤ ਆਪ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਰਹਿੰਦਾ ਹੈ, ਉਹ ਸ਼ਰਾਬ 'ਤੇ ਕੀ ਗੱਲ ਕਰੂਗਾ? ਔਰ ਬਾਕੀ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬੜੀ ਦੁਖਦਾਈ ਘਟਨਾ ਹੈ ਔਰ ਮੈਨੂੰ ਪੂਰੀ ਹਮਦਰਦੀ ਆ ਪਰਿਵਾਰਾਂ ਨਾਲ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਇਸ ਮੰਦਭਾਗੀ ਘਟਨਾ ਵਿੱਚ ਚਲੇ ਗਏ। ਔਰ ਮੈਂ ਬੇਨਤੀ ਕਰਨੀ ਚਾਹੂੰਗਾ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸੂਬੇ ਦੇ ਲੋਕਾਂ ਨੂੰ ਵੀ ਜਾਗਰੂਕਤਾ ਆਉਣੀ ਚਾਹੀਦੀ ਹੈ ਔਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀ ਇਲਿਸਿਟ ਲਿਕਰ ਆ, ਉਹਦਾ ਖਾਤਮਾ ਸਿਰਫ ਔਰ ਸਿਰਫ ਲੋਕਾਂ ਦੇ ਸਹਿਯੋਗ ਨਾਲ ਹੋ ਸਕਦਾ ਹੈ। ਤੁਸੀਂ ਪੰਜਾਬ ਸਰਕਾਰ ਦਾ ਸਹਿਯੋਗ ਕਰੋ, ਸਾਡੇ ਪੁਲਿਸ ਅਫਸਰਾਂ ਦਾ ਸਹਿਯੋਗ ਕਰੋਗੇ ਔਰ ਜਿੱਥੋਂ ਤੱਕ ਪੰਜਾਬ ਸਰਕਾਰ ਦੀ ਗੱਲ ਹੈ, ਜੋ ਵੀ ਵਾਜਬ ਸਾਡੇ ਕੋਲ ਸਹਾਇਤਾ ਹੈ, ਉਹ ਅਸੀਂ ਇਹਨਾਂ ਲੋਕਾਂ ਦੀ ਕਰਾਂਗੇ ਔਰ ਨਸ਼ੇ ਨੂੰ ਠੱਲ ਪਾਵਾਂਗੇ। ਸਿਮਰਜੀਤ ਬੈਂਸ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਜਿਹੜਾ ਆ ਵਿਰੋਧ ਕੀਤਾ ਗਿਆ, ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਸ਼ਾਮਲ ਨੇ।
ਵਿਰੋਧੀਆਂ ਦਾ ਕੰਮ ਹੁੰਦਾ ਹੈ ਜੀ ਵਿਰੋਧਤਾ ਕਰਨਾ। ਉਹਨਾਂ ਨੇ ਤਾਂ ਇਲਜ਼ਾਮ ਲਾਉਣੇ ਹੀ ਆ, ਇਹੋ ਹੀ ਸਿਆਸਤ ਵਿੱਚ ਇੱਦਾਂ ਹੀ ਚੱਲਦਾ ਆ। ਪਰ ਮੈਂ ਇਹ ਗੱਲ ਮੁਮਕਿਨ ਨਹੀਂ ਹੈਗੀ। ਕਾਂਗਰਸ ਪਾਰਟੀ ਦੇ ਲੀਡਰ ਬਿਲਕੁਲ ਖਿਲਾਫ ਨੇ ਔਰ ਮੈਂ ਆਪਣੇ ਵੱਲੋਂ ਤੁਹਾਨੂੰ ਆਸ਼ਵਾਸਨ ਦਿੰਦਾ ਹੈ ਕਿ ਕਾਂਗਰਸ ਪਾਰਟੀ ਦਾ ਕੋਈ ਵੀ ਲੀਡਰ ਅਜਿਹੇ ਮਸਲੇ ਵਿੱਚ ਸ਼ਮੂਲੀਅਤ ਨਹੀਂ ਹੋਊਗੀ ਕਿਸੇ ਦੀ ਵੀ। ਸੋ ਇਹਨਾਂ ਪੀੜਤਾਂ ਲਈ ਪੰਜਾਬ ਸਰਕਾਰ ਕੀ ਕਰ ਰਹੀ ਹੈ? ਪੰਜਾਬ ਸਰਕਾਰ ਨੇ ਜੀ ਆਲਰੇਡੀ 2-2 ਲੱਖ ਰੁਪਈਆ ਇਹਨਾਂ ਨੂੰ ਮੁਆਵਜ਼ਾ ਰਾਸ਼ੀ ਐਲਾਨ ਕਰ ਦਿੱਤੀ ਹੈ ਔਰ ਉਸ ਤੋਂ ਅਲੱਗ ਵੀ ਜੋ ਵੀ ਸੰਭਵ ਸਹਾਇਤਾ ਹੋਊਗੀ ਪੰਜਾਬ ਸਰਕਾਰ ਕਰੂਗੀ ਉਹਨਾਂ ਲੋਕਾਂ ਦੀ। ਬੈਂਸ ਸਾਹਿਬ ਦਾ ਇਹ ਵੀ ਕਿਹਾ ਕਿ 1 ਕਰੋੜ ਰੁਪਈਆ ਇਹਨਾਂ ਲੋਕਾਂ ਨੂੰ ਦਿੱਤਾ ਜਾਵੇ। ਮਾਲੀ ਹਾਲਾਤ ਦੇ ਹਿਸਾਬ ਨਾਲ ਹੈ ਜੀ, ਪੰਜਾਬ ਸਰਕਾਰ ਜੋ ਵੀ ਵੱਧ ਤੋਂ ਵੱਧ ਕਰ ਸਕੂਗੀ ਉਹ ਕਰੂਗੀ। ਪਰ ਜਿਹੜੇ ਪੀੜਤ ਲੋਕ ਨੇ ਉਹਨਾਂ ਵੱਲੋਂ ਵੀ ਰੋਸ ਪਾਇਆ ਜਾ ਰਿਹਾ ਵਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਪਹਿਲਾਂ ਵੀ ਲੋਕਾਂ ਨੂੰ ਦੱਸਿਆ ਗਿਆ ਸੀ, ਪਿੰਡ ਦੇ ਸਰਪੰਚ ਨੂੰ ਵੀ ਦੱਸਿਆ ਗਿਆ ਸੀ, ਪ੍ਰਸ਼ਾਸਨ ਨੂੰ ਵੀ ਦੱਸਿਆ ਗਿਆ ਸੀ। ਤੁਸੀਂ ਦੇਖੋ ਜੀ, ਇੱਕ ਇਨਸਾਨ ਦੀ ਜ਼ਿੰਦਗੀ ਦਾ ਮੁੱਲ ਤਾਂ ਕੋਈ ਸਰਕਾਰ ਪਾ ਹੀ ਨਹੀਂ ਸਕਦੀ। ਬੈਂਸ ਸਾਹਿਬ ਕਰੋੜ ਰੁਪਈਆ ਕਹਿ ਰਹੇ ਆ, ਮੇਰੀ ਸਮਝ ਮੁਤਾਬਕ ਤਾਂ ਕਰੋੜ ਰੁਪਈਆ ਵੀ ਬਹੁਤ ਘੱਟ ਆ। ਇੱਕ ਇਨਸਾਨ ਦੀ ਜਿਹੜੀ ਜ਼ਿੰਦਗੀ ਚਲੇਗੀ ਉਸ ਪਰਿਵਾਰ 'ਤੇ ਕੀ ਬੀਤਦੀ ਆ, ਇਹ ਜਾਂ ਤਾਂ ਉਹਦਾ ਪਰਿਵਾਰ ਜਾਣਦਾ ਜਾਂ ਪਰਮਾਤਮਾ ਜਾਣਦਾ ਆ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਔਰ ਰਾਸ਼ੀ ਅਸੀਂ ਵੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜਿੰਨੀ ਵੱਧ ਤੋਂ ਵੱਧ ਪੰਜਾਬ ਸਰਕਾਰ ਅਫੋਰਡ ਕਰ ਸਕਦੀ ਆ ਇਸ ਹਾਲਾਤ ਵਿੱਚ ਉਹ ਵੱਧ ਤੋਂ ਵੱਧ ਸਹਾਇਤਾ ਉਹਨਾਂ ਨੂੰ ਕੀਤੀ ਜਾਏ। ਸਿਮਰਜੀਤ ਬੈਂਸ ਨੇ ਇੱਕ ਬੀੜਾ ਚੁੱਕਿਆ ਸੀ ਕਿ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਖਰਚਾ ਹੈਗਾ ਉਹ ਜਿਹੜੀ ਆ ਲੋਕ ਇਨਸਾਫ ਪਾਰਟੀ ਚੁੱਕੇਗੀ, ਕੀ ਉਹ ਚੁੱਕ ਪਾਉਣਗੇ? ਚੰਗੀ ਗੱਲ ਹੈ ਜੀ, ਜੇ ਉਹ ਕਰਨ। ਮੈਂ ਤਾਂ ਸਮਝਦਾ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਇਹੋ ਜਿਹੇ ਉਦਮ ਕਰਨੇ ਚਾਹੀਦੇ ਔਰ ਜੇ ਸਿਮਰਜੀਤ ਬੈਂਸ ਆਪਣੇ ਵਾਅਦੇ ਨੂੰ ਪੁਗਾਉਂਦੇ ਨੇ ਤਾਂ ਮੈਨੂੰ ਬੜੀ ਖੁਸ਼ੀ ਹੋਊਗੀ। ਚੰਗੀ ਗੱਲ ਹੈ। ਸਰਕਾਰੀ ਸਰ ਲੋਕਡਾਊਨ ਦੇ ਵਿੱਚ ਟੋਟਲ ਅਦਾਰੇ ਬੰਦ ਰਹੇ, ਕਈ ਵੱਡੀਆਂ ਦੁਕਾਨਾਂ ਕਾਰੋਬਾਰੀ ਬੰਦ ਰਹੇ, ਕਿ ਸ਼ਰਾਬ ਦੇ ਠੇਕੇ ਖੁੱਲ੍ਹਣੇ ਜ਼ਰੂਰੀ ਸਨ? ਸ਼ਰਾਬ ਦੇ ਠੇਕੇ ਜੀ, ਤੁਸੀਂ ਦੇਖੋ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੇ ਪਿੱਛੇ ਪਾਲਿਸੀ ਸੀਗੀ। ਇੱਕ ਤਾਂ ਸਰਕਾਰ ਦਾ ਰੈਵਨਿਊ ਘਟ ਰਿਹਾ ਸੀਗਾ ਕਿਉਂਕਿ ਸਾਰੇ ਕਾਰੋਬਾਰ ਸਾਰੇ ਇਦਾਰੇ ਬੰਦ ਹੋ ਗਏ ਔਰ ਸਰਕਾਰ ਨੂੰ ਕਿਸੇ ਪਾਸਿਓਂ ਰੈਵਨਿਊ ਨਹੀਂ ਸੀ ਆ ਰਿਹਾ। ਦੂਸਰੀ ਗੱਲ, ਇਲਿਸਿਟ ਲੀਕਰ ਟਰੇਡ ਨੂੰ ਠੱਲ ਪਾਉਣ ਲਈ ਸ਼ਰਾਬ ਦੇ ਠੇਕੇ ਖੋਲ੍ਹਣੇ ਬੜੇ ਜ਼ਰੂਰੀ ਸੀ। ਜੇ ਸ਼ਰਾਬ ਦੇ ਠੇਕੇ ਆਪਾਂ ਨਾ ਖੋਲ੍ਹਦੇ ਤਾਂ ਤੁਸੀਂ ਆ ਜਿਹੜੇ ਹਾਲਾਤ ਵੇਖ ਰਹੇ ਹੋ ਇਹ ਵੱਧ ਤੋਂ ਬੱਤਰ ਹੋ ਜਾਣੇ ਸੀ ਔਰ ਲੋਕਾਂ ਨੇ ਆਪਣੇ ਘਰਾਂ ਵਿੱਚ ਸ਼ਰਾਬ ਕੱਢ ਕੇ ਪੀਣੀ ਸ਼ੁਰੂ ਕਰ ਦੇਣੀ ਸੀ। ਇਸ ਕਰਕੇ ਜਿਹੜੇ ਸ਼ਰਾਬ ਦੇ ਆਦੀ ਨੇ ਲੋਕ, ਜਿਨ੍ਹਾਂ ਨੂੰ ਲੱਤ ਲੱਗੀ ਆ ਜਾਂ ਕਾਫੀ ਅਰਸੇ ਤੋਂ ਜਿਹੜੇ ਰੋਜ਼ 1-2 ਪੈਗ ਲਾਉਂਦੇ ਆ, ਉਹਨਾਂ ਕਰਕੇ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਕਿ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਜਾਣ। ਮੁੱਖ ਮੰਤਰੀ ਸਾਹਿਬ ਨੇ ਇੱਕ ਜਿਹੜਾ ਸੀਗਾ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਤਹਿਤ ਜਿਹੜਾ ਵਾਅਦਾ ਕੀਤਾ ਸੀ, ਕਿ ਉਹ ਵਾਅਦਾ ਪੂਰਾ ਕੀਤਾ ਗਿਆ? ਬਿਲਕੁਲ ਜੀ, ਤੁਹਾਡੇ ਸਾਹਮਣੇ ਰੁਜ਼ਗਾਰ ਮੇਲੇ ਲੱਗ ਰਹੇ ਆ ਔਰ ਅਸੀਂ ਕਾਫੀ ਨੌਜਵਾਨ ਸਾਥੀਆਂ ਨੂੰ ਰੁਜ਼ਗਾਰ ਦੇ ਚੁੱਕੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਦੇਖੋਗੇ ਜਿਹੜਾ ਵਾਅਦਾ ਰੁਜ਼ਗਾਰ ਦਾ ਸੀਐਮ ਸਾਹਿਬ ਨੇ ਲੋਕਾਂ ਨਾਲ ਕੀਤਾ ਹੈ ਉਹਨੂੰ ਹਰ ਹਾਲਤ ਵਿੱਚ ਪੂਰਾ ਕਰਾਂਗੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਹਾਲਾਤ ਜਿਹੜੇ ਫਾਈਨੈਂਸ਼ੀਅਲ ਨੇ ਪੰਜਾਬ ਦੇ ਪਹਿਲੋਂ ਹੀ ਤੁਹਾਨੂੰ ਪਤਾ ਬੜੇ ਮਾੜੇ ਸੀਗੇ। ਇਹਨਾਂ ਨੇ ਤਾਂ ਛੱਡੇ ਹੀ ਕੱਖ ਨਹੀਂ ਸੀ ਖਜ਼ਾਨਿਆਂ ਵਿੱਚ। ਮਸਾਂ ਹੀ ਕਾਂਗਰਸ ਪਾਰਟੀ ਨੇ ਮਸਾਂ ਹੀ ਲੀਹਾਂ 'ਤੇ ਲੈ ਕੇ ਆਂਦਾ ਸੀ ਪੰਜਾਬ ਦੀ ਆਰਥਿਕ ਸਥਿਤੀ ਨੂੰ ਔਰ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਕਾਫੀ ਰੁਜ਼ਗਾਰ ਮੁਹੱਈਆ ਕਰਾਵਾਂਗੇ ਨੌਜਵਾਨ ਸਾਥੀਆਂ ਨੂੰ। ਅਕਾਲੀ ਦਲ ਵੱਲੋਂ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ ਕਾਂਗਰਸ ਦੇ ਖਿਲਾਫ ਕਿ ਜਿਹੜਾ ਕੇਂਦਰ ਵੱਲੋਂ ਰਾਸ਼ਨ ਆਇਆ ਲੋਕਡਾਊਨ ਦੇ ਦੌਰਾਨ ਉਹ ਜਿਹੜੇ ਕਿਤੇ ਵੱਡੇ ਮਗਰਮੱਛ ਨੇ ਕਾਂਗਰਸੀ ਲੀਡਰ ਨੇ ਉਹਨਾਂ ਨੇ ਗਾਂ ਪਿੰਡਾਂ ਦੇ ਲੋਕਾਂ ਤੱਕ ਨਹੀਂ ਪਹੁੰਚਾਇਆ। ਇਹ ਇਹਨਾਂ ਦੀ ਸੌੜੀ ਸਿਆਸਤ ਦੀ ਸੋਚ ਹੈ ਜੀ। ਮੈਂ ਤੇ ਇਹਨਾਂ ਨੂੰ ਪੁੱਛਣਾ ਚਾਹੂੰਗਾ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੈਂ ਕਾਫੀ ਪਿੰਡਾਂ ਵਿੱਚ ਗਿਆ ਜੀ। ਤੁਸੀਂ ਦੇਖਿਆ ਹੋਊਗਾ ਜਿੱਦਣ ਤੋਂ ਲੋਕਡਾਊਨ ਹੋਇਆ ਮੈਂ ਇੱਕ ਦਿਨ ਵੀ ਘਰ ਨਹੀਂ ਬਹਿ ਕੇ ਵੇਖਿਆ ਔਰ ਜਿਹੜੇ ਲੀਡਰ ਲੋੜ ਦੇ ਸਮੇਂ ਆਪਣੇ ਘਰਾਂ ਵਿੱਚ ਆਪਣੇ ਆਪ ਨੂੰ ਜਿੰਦਰਾ ਮਾਰ ਕੇ ਬਹਿ ਗਏ ਔਰ ਲੋਕਾਂ ਦੀ ਮਦਦ ਕਰਨ ਦੀ ਬਜਾਏ ਘਰਾਂ ਵਿੱਚੋਂ ਬਿਆਨਬਾਜ਼ੀ ਕਰ ਰਹੇ ਨੇ, ਉਹਨਾਂ ਲੋਕਾਂ ਕੋਲ ਕੋਈ ਮੋਰਲ ਅਥਾਰਟੀ ਨਹੀਂ ਹੈਗੀ ਇਸ ਗੱਲ ਦੇ ਖਿਲਾਫ ਬੋਲਣ ਦੀ। ਔਰ ਜਿੱਥੋਂ ਤੱਕ ਰਾਸ਼ਨ ਵੰਡਣ ਦੀ ਗੱਲ ਆ, ਤੁਸੀਂ ਰਾਜਾ ਸਾਂਸੀ ਹਲਕੇ ਵਿੱਚ ਤਕਰੀਬਨ 55,000 ਪਰਿਵਾਰ ਆ, 55,000 ਦੇ ਕਰੀਬ ਘਰ ਆ ਔਰ ਮੈਨੂੰ ਆਸ ਆ ਕਿ ਤਕਰੀਬਨ 40,000 ਘਰਾਂ ਤੱਕ ਅਸੀਂ ਰਾਸ਼ਨ ਪੁੱਜਦਾ ਕੀਤਾ ਔਰ ਤੁਸੀਂ ਆਪ ਦੱਸ ਦਿਓ ਰਾਜਾ ਸਾਂਸੀ ਹਲਕੇ ਵਿੱਚ ਜਾਂ ਹੋਰ ਕਿਸੇ ਹਲਕੇ ਵਿੱਚ ਜਾ ਕੇ ਪੁੱਛ ਲਓ ਕਿ ਕਿੰਨੀ ਸਰਕਾਰ ਨੇ ਮਦਦ ਕੀਤੀ ਹੈ ਔਰ ਕਿੰਨੀ ਲੀਡਰਾਂ ਨੇ ਮਦਦ ਕੀਤੀ ਹੈ। ਤੁਹਾਨੂੰ ਆਪੇ ਹੀ ਪਤਾ ਲੱਗ ਜੂਗਾ, ਚਾਨਣ ਪੈ ਜੂਗਾ। 10 ਸਾਲ ਲੋਕਾਂ ਨੂੰ ਲੁੱਟਣ ਵਾਲੇ ਅੱਜ ਜਦੋਂ ਔਖੀ ਘੜੀ ਲੋਕਾਂ 'ਤੇ ਆਈ ਤੇ ਆਪਣੇ ਘਰਾਂ ਵਿੱਚ ਬੰਦ ਹੋ ਕੇ ਬਹਿ ਗਏ। ਇਸ ਟਾਈਮ 'ਤੇ ਤਾਂ ਸਿਆਸਤ ਤੋਂ ਉੱਪਰ ਉੱਠ ਕੇ ਮਦਦ ਕਰਨੀ ਚਾਹੀਦੀ ਸੀ ਔਰ ਮੈਂ ਪੁੱਛਣਾ ਚਾਹੂੰਗਾ ਇਹਨਾਂ ਅਕਾਲੀ ਲੀਡਰਾਂ ਨੂੰ ਕਿ ਗਿਣ ਕੇ ਦੱਸਣ ਵੀ ਇਹਨਾਂ ਨੇ ਕਿੰਨੇ ਪਿੰਡਾਂ ਵਿੱਚ ਰਾਸ਼ਨ ਵੰਡਿਆ ਆਪਣੀ ਜੇਬ ਵਿੱਚੋਂ। 3.5 ਸਾਲ ਜਿਹੜੇ ਆ ਕਾਂਗਰਸ ਸਰਕਾਰ ਦੇ ਬੀਤ ਚੁੱਕੇ, ਕਿਸ ਤਰ੍ਹਾਂ ਦਾ ਰਿਹਾ ਵਿਕਾਸ ਕਾਰਜਾਂ ਦਾ, ਕਿੱਦਾਂ ਰਿਹਾ? ਵਿਕਾਸ ਤੇ ਜੀ ਲਗਾਤਾਰ ਜਾਰੀ ਆ। ਤੁਹਾਡੇ ਸਾਹਮਣੇ ਪੰਚਾਇਤਾਂ ਦੀ ਇਲੈਕਸ਼ਨ ਥੋੜ੍ਹੀ ਜਿਹੀ ਡਿਲੇ ਹੋ ਗਈ ਸੀ ਸਾਡੀ 2018 ਦੀ ਦਸੰਬਰ ਵਿੱਚ ਇਲੈਕਸ਼ਨਸ ਹੋਈਆਂ ਔਰ ਸਾਡੀਆਂ ਪੰਚਾਇਤਾਂ ਬਣੀਆਂ ਔਰ ਉਦੋਂ ਤੋਂ ਲਗਾਤਾਰ ਪੰਜਾਬ ਸਰਕਾਰ ਉਹਨਾਂ ਨੂੰ ਫੰਡਸ ਦੇ ਰਹੀ ਹੈ ਔਰ ਪਿੰਡਾਂ ਵਿੱਚ ਡਿਵੈਲਪਮੈਂਟ ਲਗਾਤਾਰ ਜਾਰੀ ਆ। ਜਿੱਥੋਂ ਤੱਕ ਜ਼ਿਲ੍ਹਾ ਪਰਿਸ਼ਦ ਦੀ ਗੱਲ ਆ, 3 ਮਹੀਨੇ ਪਹਿਲੋਂ ਮੈਂ 48 ਕਰੋੜ ਰੁਪਈਆ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਪੰਚਾਇਤਾਂ ਨੂੰ ਰਿਲੀਜ਼ ਕੀਤਾ ਸੀ ਔਰ ਸਾਨੂੰ 15th ਫਾਈਨੈਂਸ ਕਮਿਸ਼ਨ ਦਾ 22.5 ਕਰੋੜ ਆ 3-4 ਦਿਨ ਪਹਿਲੋਂ ਉਹਦਾ ਆ ਗਿਆ
ਉਹ ਸਰਕਾਰ ਜਿਵੇਂ ਵੀ ਸਾਨੂੰ ਸੈਂਕਸ਼ਨ ਲੈਟਰ ਜਾਰੀ ਕਰੂਗੀ ਅਸੀਂ ਉਹ ਸਾਰੀਆਂ ਪੰਚਾਇਤਾਂ ਨੂੰ ਰਿਲੀਜ਼ ਕਰ ਦਿਆਂਗੇ। ਔਰ ਉਸ ਤੋਂ ਇਲਾਵਾ 25-25 ਕਰੋੜ ਹਰ ਹਲਕੇ ਨੂੰ ਡਿਵੈਲਪਮੈਂਟ ਲਈ RDF ਫੰਡ ਵਿੱਚੋਂ ਪੈਸੇ ਦਿੱਤੇ ਜਾ ਰਹੇ ਆ। ਪਿੰਡਾਂ ਦੀਆਂ ਤੁਸੀਂ ਸੜਕਾਂ ਦੇਖੋ, ਸਾਡੇ ਸਮੁੱਚੇ ਪੰਜਾਬ ਵਿੱਚ 2 ਫੇਜ਼ ਸੜਕਾਂ ਨੂੰ ਰਿਪੇਅਰ ਕਰਨ ਦੇ ਕੰਪਲੀਟ ਹੋ ਗਏ ਔਰ ਤੀਸਰਾ ਫੇਜ਼ ਹੁਣ ਸ਼ੁਰੂ ਹੋਣ ਜਾ ਰਿਹਾ 1 ਮਹੀਨੇ ਤੱਕ। ਸੋ ਮੁਕੰਮਲ ਸੜਕਾਂ ਦੀ ਰਿਪੇਅਰ ਕੀਤੀ ਜਾਊਗੀ ਪਿੰਡਾਂ ਵਿੱਚ। ਇੱਕ ਚੇਅਰਮੈਨ ਸਾਹਿਬ, ਤੁਸੀਂ ਸਟੇਡੀਅਮ ਦੀ ਗੱਲ ਕੀਤੀ ਸੀ। ਅੰਮ੍ਰਿਤਸਰ ਰੂਰਲ ਦੇ ਵਿੱਚ ਕਿੰਨੇ ਕੁ ਸਟੇਡੀਅਮ ਜਿਹੜੀ ਉਸਾਰੀ ਹੋ ਚੁੱਕੀ ਹੈ? ਉਸਾਰੀ ਜੀ ਸਾਡਾ ਹਰਸ਼ਾ ਸ਼ੀਨਾ ਆਲਮੋਸਟ ਤਿਆਰ ਹੋ ਚੁੱਕਾ ਹੈ ਜੀ। ਮਹੀਨੇ ਇੱਕ ਦਾ ਕੰਮ ਰਹਿ ਗਿਆ ਉੱਥੇ, ਤਕਰੀਬਨ ਮਹੀਨੇ ਬਾਅਦ ਅਸੀਂ ਉਹਨਾਂ ਨੂੰ ਲੋਕਾਂ ਦੇ ਸਪੁਰਦ ਕਰ ਦਿਆਂਗੇ। ਉਸ ਤੋਂ ਇਲਾਵਾ ਸਾਡਾ ਲੋਪੋਕੇ ਸਟੇਡੀਅਮ ਅਸੀਂ ਕਾਫੀ ਅਰਸਾ ਪਹਿਲੋਂ ਤਿਆਰ ਕਰ ਦਿੱਤਾ ਸੀ। ਮੋਤਲੇ, ਧਰਮਕੋਟ ਸਾਡੇ ਕੰਮ ਚੱਲ ਰਿਹਾ ਜੀ। ਉਸ ਤੋਂ ਇਲਾਵਾ ਮੇਰੇ ਆਪਣੇ ਪਿੰਡ ਧੌਲ ਕਲਾਂ ਵੀ ਅਸੀਂ ਗਰਾਊਂਡ ਚਿਲਡਰਨ ਬੱਚਿਆਂ ਲਈ ਪਲੇ ਗਰਾਊਂਡ ਬਣਾ ਕੇ ਦੇ ਰਹੇ ਹਾਂ। ਉਸ ਤੋਂ ਇਲਾਵਾ ਸਾਡੇ ਬਾਬਾ ਮੀਕੇ ਸ਼ਾਹ ਕਾਲੋਨੀ, ਵਣੀਏ ਕੇ, ਮੁੱਲੇ ਕੇ ਔਰ ਕੁਹਾਲੀ ਪਿੰਡ, ਇਹਨਾਂ 4 ਪਿੰਡਾਂ ਵਿੱਚ ਸਟੇਡੀਅਮਸ ਦੇ ਪੈਸੇ ਸਾਡੇ ਕੋਲ ਆ ਗਏ ਆ, ਫੰਡਸ ਆ ਗਏ ਆ, ਉਹਦੀ ਉਸਾਰੀ ਜਲਦੀ ਸ਼ੁਰੂ ਕਰਵਾ ਦਿੱਤੀ ਜਾਊਗੀ। ਇੱਕ ਭਿੱਟੇਵੜ ਤੋਂ ਜਿਹੜੀ ਕੋਟਲੇ ਨੂੰ ਸੜਕ ਜਾਂਦੀ, ਕਾਫੀ ਖਸਤਾ ਹਾਲਤ ਹੈ, ਲੋਕਾਂ ਦੀ ਕਾਫੀ ਦੇਰ ਦੀ ਮੰਗ ਹੈ, ਕਾਫੀ ਲੋਕਾਂ ਦੇ ਨੁਕਸਾਨ ਵੀ ਹੋ ਚੁੱਕੇ ਨੇ। ਮੈਨੂੰ ਹੈਰਾਨੀ ਹੁੰਦੀ ਆ ਉਹਨਾਂ ਅਕਾਲੀ ਦਲ ਦੇ ਲੀਡਰਾਂ 'ਤੇ ਜਿਹੜੇ ਸਾਨੂੰ ਇਹ ਸਵਾਲਾਤ ਕਰਦੇ ਨੇ ਕਿ ਉਹ ਸੜਕ ਦੀ ਰਿਪੇਅਰ ਕਦੋਂ ਹੋਣੀ ਆ। 10 ਸਾਲ ਇਹਨਾਂ ਦੀ ਸਰਕਾਰ ਰਹੀ, ਇਹਨਾਂ ਉਸ ਸੜਕ ਦੀ ਰਿਪੇਅਰ ਨਹੀਂ ਕੀਤੀ ਔਰ ਤੁਸੀਂ ਪਿੰਡ ਦੇ ਹਾਲਾਤ ਜਾ ਕੇ ਦੇਖੋ, ਉੱਥੋਂ ਲੰਘਣਾ ਮੁਸ਼ਕਿਲ ਆ ਲੋਕਾਂ ਲਈ। ਮੈਂ ਤੁਹਾਡੇ ਮਾਧਿਅਮ ਰਾਹੀਂ ਪਿੰਡ ਭਿੱਟੇਵੜ ਦੀ ਸੰਗਤ ਨੂੰ ਇਹ ਦੱਸ ਦਿਆਂ ਕਿ ਵਾਹਿਗੁਰੂ ਦੀ ਕਿਰਪਾ ਨਾਲ ਉਸ ਸੜਕ ਦੀ ਮਨਜ਼ੂਰੀ ਸਾਨੂੰ ਮਿਲ ਗਈ ਆ। ਉਹਦਾ ਟੈਂਡਰ ਅਸੀਂ ਹਫ਼ਤੇ 10 ਦਿਨਾਂ ਤੱਕ ਲਾ ਦਾਂਗੇ ਔਰ ਸਾਡੀ ਕੋਸ਼ਿਸ਼ ਆ ਕਿ 1 ਮਹੀਨੇ ਦੇ ਅੰਦਰ ਅੰਦਰ ਉਸ ਪਿੰਡ ਦੀ ਉਹ ਜਿਹੜੀ ਸੜਕ ਆ ਉਹਦੀ ਰਿਪੇਅਰ ਸ਼ੁਰੂ ਕਰ ਦੀ। ਔਰ ਇਸ ਵਾਰੀ ਅਸੀਂ ਸਪੈਸ਼ਲ ਪ੍ਰੋਵੀਜ਼ਨ ਰਖਾਈ ਆ ਕੈਬਨਿਟ ਮੰਤਰੀ ਸਰਕਾਰੀਆ ਸਾਹਿਬ ਨੇ। ਉਸ ਪਿੰਡ ਦੀ ਸੜਕ ਨੂੰ ਅਸੀਂ ਲੁੱਕ ਦੀ ਸੜਕ ਦੀ ਥਾਂ ਅਸੀਂ CC ਫਲੋਰਿੰਗ ਵਾਲੀ ਸੜਕ ਬਣਾ ਕੇ ਦੇ ਰਹੇ ਹਾਂ ਪਿੰਡ ਵਾਲਿਆਂ ਨੂੰ, ਤਾਂ ਜੋ ਉਹਦਾ ਕਮ ਸੋ ਕਮ ਉਹਦੀ ਮਿਆਦ 20 ਸਾਲ ਰਹੇ ਔਰ 20 ਸਾਲ ਤੱਕ ਉਹਦੀ ਰਿਪੇਅਰ ਦੀ ਲੋੜ ਨਾ ਪਏ ਲੋਕਾਂ ਨੂੰ। ਇਹ ਸਨ ਅੰਮ੍ਰਿਤਸਰ ਦਿਹਾਤੀ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ, ਜਿਨ੍ਹਾਂ ਵੱਲੋਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਰਾਂ ਦਾ ਠੋਕਵਾਂ ਜਵਾਬ ਦਿੱਤਾ ਗਿਆ ਆ। ਵੇਖਣਾ ਇਹ ਹੋਏਗਾ ਆਉਣ ਵਾਲੇ ਸਮੇਂ 'ਚ ਪੰਜਾਬ ਸਰਕਾਰ ਕਿਸ ਤਰ੍ਹਾਂ ਵਿਕਾਸ ਕਰਦੀ ਹੈ, ਕਿਸ ਤਰ੍ਹਾਂ ਨਸ਼ੇ ਨੂੰ ਨੱਥ ਪਾਉਂਦੀ ਹੈ। ਅੰਮ੍ਰਿਤਸਰ ਤੋਂ ਜਗਤਾਰ ਮਾਲਾ ਨਾਲ ਸਕਾਈ ਨਿਊਜ਼ ਪੰਜਾਬ।